Kanchan Outlook. ਸ਼ਲੋਕ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਹਨਾਂ ਪੰਕਤੀਆਂ ਦੇ ਵਿੱਚ ਉਸ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ ਕਿ ਉਹ ਪ੍ਰਮਾਤਮਾ ਸਰਗੁਣ ਵੀ ਹੈ, ਨਿਰਗੁਣ ਵੀ ਹੈ, ਨਿਰੰਕਾਰ ਵੀ ਹੈ। ਸਰਗੁਣ ਤੋਂ ਭਾਵ ਤਿੰਨ ਗੁਣੀ ਮਾਇਆ ਦਾ ਰੂਪ, ਜਿਹੜੀਆਂ ਵਸਤਾਂ ਨੂੰ ਅਸੀਂ ਮਾਇਆ ਦੇ ਨਾਲ ਜੋੜਦੇ ਹਾਂ, ਉਹਨਾਂ ਵਸਤਾਂ ਦੇ ਵਿੱਚ ਵੀ ਪ੍ਰਮਾਤਮਾ ਹੈ। ਉਹ ਵਸਤਾਂ ਵੀ ਪ੍ਰਮਾਤਮਾ ਦਾ ਰੂਪ ਹਨ, ਪਰ ਪ੍ਰਮਾਤਮਾ ਉਹਨਾਂ ਵਸਤਾਂ ਦੇ ਪ੍ਰਭਾਵ ਤੋਂ ਪਰੇ ਹੈ। ਨਿਰੰਕਾਰ ਤੋਂ ਭਾਵ ਕਿ ਉਸ ਪ੍ਰਮਾਤਮਾ ਦਾ ਕੋਈ ਆਕਾਰ ਨਹੀਂ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਪ੍ਰਮਾਤਮਾ ਮਨੁੱਖ ਵਰਗਾ ਹੈ ਜਾਂ ਕਿਸੇ ਹੋਰ ਜੀਵ ਵਰਗਾ ਹੈ ਜਾਂ ਕਿਸੇ ਹੋਰ ਵਸਤੂ ਵਰਗਾ ਹੈ। ਦੁਨੀਆ ਦੇ ਵਿੱਚ ਜੋ ਵੀ ਵਸਤਾਂ ਹਨ, ਜੋ ਵੀ ਜੀਵ ਹਨ, ਸਭਨਾਂ ਦਾ ਕੋਈ ਨਾ ਕੋਈ ਆਕਾਰ ਹੈ, ਪਰ ਉਹ ਪ੍ਰਮਾਤਮਾ ਨਿਰੰਕਾਰ ਹੈ, ਉਹਦਾ ਕੋਈ ਵੀ ਆਕਾਰ ਨਹੀਂ ਹੈ। ਸੁਨ ਸਮਾਧੀ ਆਪ, ਉਹ ਖੁਦ ਅਫੁਰ ਅਵਸਥਾ ਦੇ ਵਿੱਚ ਟਿਕਿਆ ਹੋਇਆ ਹੈ, ਸਮਾਧੀ ਵਾਲੀ ਅਵਸਥਾ ਦੇ ਵਿੱਚ ਟਿਕਿਆ ਹੋਇਆ ਹੈ। ਉਹ ਅਵਸਥਾ ਜਿੱਥੇ ਦਿਮਾਗ ਤੇ ਮਨ ਬਿਲਕੁਲ ਖਾਲੀ ਹੁੰਦੇ ਨੇ। ਅਕਸਰ ਅਸੀਂ ਜੇਕਰ ਸ਼ਾਂਤ ਵੀ ਬੈਠੇ ਹੋਈਏ ਤਾਂ ਮਨ ਦੇ ਵਿੱਚ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ, ਪਰ ਜਿਸ ਅਵਸਥਾ ਦੇ ਵਿੱਚ ਪ੍ਰਮਾਤਮਾ ਟਿਕਿਆ ਹੋਇਆ ਹੈ, ਉਸ ਅਵਸਥਾ ਦੇ ਵਿੱਚ ਮਨ ਸ਼ਾਂਤ ਰਹਿੰਦਾ ਹੈ, ਕੁਝ ਵੀ ਮਨ ਦੇ ਵਿੱਚ ਚੱਲ ਨਹੀਂ ਰਿਹਾ ਹੁੰਦਾ। ਅੱਗੇ ਕਹਿੰਦੇ ਕਿ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ, ਕਿ ਹੇ ਨਾਨਕ, ਇਸ ਜਗਤ ਨੂੰ ਉਸ ਪ੍ਰਮਾਤਮਾ ਨੇ ਆਪ ਹੀ ਬਣਾਇਆ ਹੈ ਤੇ ਆਪ ਹੀ ਇਹਨੂੰ ਚੇਤੇ ਦੇ ਵਿੱਚ ਰੱਖਦਾ ਹੈ, ਯਾਦ ਰੱਖਦਾ ਹੈ। ਅਸ਼ਟਪਦੀ। ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਾਂ ਤੇ ਹੋਤਾ। ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੋ ਸਕਦੀ ਕਿ ਕੋਈ ਸਮਾਂ ਹੋਵੇਗਾ ਜਦੋਂ ਨਾ ਇਹ ਧਰਤੀ ਸੀ, ਨਾ ਸੂਰਜ ਸੀ, ਨਾ ਕੋਈ ਹੋਰ ਗ੍ਰਹਿ ਸੀ। ਸ਼ਾਇਦ ਉਸ ਵਕਤ ਘੁੱਪ ਹਨੇਰਾ ਹੋਵੇਗਾ, ਸਿਰਫ ਖਲਾ ਹੋਵੇਗਾ, ਪਰ ਪ੍ਰਮਾਤਮਾ ਉਸ ਵਕਤ ਵੀ ਮੌਜੂਦ ਸੀ, ਕਿਉਂਕਿ ਉਸ ਤੋਂ ਬਾਅਦ ਜੋ ਕੁਝ ਵੀ ਬਣਿਆ ਪ੍ਰਮਾਤਮਾ ਨੇ ਬਣਾਇਆ। ਇਹਨਾਂ ਪੰਕਤੀਆਂ ਦੇ ਵਿੱਚ, ਇਸ ਪੂਰੀ ਪਦੀ ਦੇ ਵਿੱਚ ਗੁਰੂ ਜੀ ਉਸ ਸਮੇਂ ਦੀ ਗੱਲ ਕਰ ਰਹੇ ਹਨ ਜਦੋਂ ਸਿਰਫ ਪ੍ਰਮਾਤਮਾ ਸੀ ਤੇ ਹੋਰ ਕੁਝ ਵੀ ਨਹੀਂ ਸੀ। ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ, ਭਾਵ ਕਿ ਜਦੋਂ ਜਗਤ ਦਾ ਕੋਈ ਆਕਾਰ ਨਹੀਂ ਸੀ, ਜਗਤ ਦੇ ਵਿੱਚ ਵਸਣ ਵਾਲੇ ਜੀਵਾਂ ਦੀ ਕੋਈ ਸ਼ਕਲ ਸੂਰਤ ਨਹੀਂ ਸੀ, ਭਾਵ ਉਹ ਹੈ ਹੀ ਨਹੀਂ ਸੀ, ਜੀਵ ਮੌਜੂਦ ਹੀ ਨਹੀਂ ਸੀ। ਪਾਪ ਪੁੰਨ ਤਬ ਕਹਾਂ ਤੇ ਹੋਤਾ, ਜਦੋਂ ਜੀਵ ਹੀ ਮੌਜੂਦ ਨਹੀਂ ਸੀ ਤਾਂ ਪਾਪ ਪੁੰਨ ਕਿਵੇਂ ਹੋ ਸਕਦਾ ਸੀ ਜਾਂ ਕਿਸ ਤੋਂ ਹੋ ਸਕਦਾ ਸੀ। ਜਬ ਧਾਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਜਦੋਂ ਪ੍ਰਮਾਤਮਾ ਨੇ ਸੁਨ ਸਮਾਧ ਧਾਰੀ ਹੋਈ ਸੀ, ਜਦੋਂ ਉਹਦੇ ਮਨ ਵਿੱਚ ਕੁਝ ਵੀ ਨਹੀਂ ਆ ਰਿਹਾ ਸੀ, ਜਦੋਂ ਉਹਦੇ ਮਨ ਵਿੱਚ ਇਸ ਜਗਤ ਨੂੰ ਬਣਾਉਣ ਦਾ, ਜਗਤ ਨੂੰ ਰਚਣ ਦਾ ਫੁਰਨਾ ਹਾਲੇ ਨਹੀਂ ਸੀ ਫੁਰਿਆ, ਉਦੋਂ ਕੌਣ ਤੇ ਕਿਸ ਨਾਲ ਵੈਰ ਵਿਰੋਧ ਕਮਾ ਸਕਦਾ ਸੀ। ਜਬ ਇਸਕਾ ਬਰਨ ਚਿਹਨ ਨਾ ਜਾਪਤ, ਤਬ ਹਰਖ ਸੋਗ ਕਹੋ ਕਿਸੇ ਵਿਆਪਤ। ਜਦੋਂ ਇਸ ਜਗਤ ਦਾ ਕੋਈ ਰੰਗ ਰੂਪ ਨਹੀਂ ਸੀ ਦਿਸਦਾ, ਉਦੋਂ ਖੁਸ਼ੀ ਕਿਸ ਨੂੰ ਹੋ ਸਕਦੀ ਸੀ ਤੇ ਚਿੰਤਾ ਕਿਸ ਨੂੰ ਹੋ ਸਕਦੀ ਸੀ। ਜਬ ਆਪਨ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ। ਜਦੋਂ ਸਿਰਫ ਤੇ ਸਿਰਫ ਉਹ ਪ੍ਰਮਾਤਮਾ ਹੀ ਸੀ, ਉਦੋਂ ਮੋਹ ਕਿੱਥੇ ਹੋ ਸਕਦਾ ਸੀ ਤੇ ਭਰਮ ਕਿਸ ਨੂੰ ਹੋ ਸਕਦਾ ਸੀ। ਸੋ ਕਹਿਣ ਤੋਂ ਭਾਵ ਕਿ ਜਦੋਂ ਇਸ ਜਗਤ ਦਾ ਆਕਾਰ ਨਹੀਂ ਸੀ ਬਣਿਆ, ਉਦੋਂ ਨਾ ਪਾਪ ਪੁੰਨ ਹੁੰਦਾ ਸੀ, ਨਾ ਖੁਸ਼ੀ ਗਮੀ ਹੁੰਦੀ ਸੀ, ਨਾ ਹੀ ਕਿਸੇ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਹੁੰਦਾ ਸੀ, ਕਿਉਂਕਿ ਵੈਰ ਵਿਰੋਧ ਨਾ ਤੇ ਕਰਨ ਵਾਲਾ ਮੌਜੂਦ ਸੀ, ਨਾ ਜਿਹਦੇ ਨਾਲ ਉਹਨੇ ਵੈਰ ਰੱਖਣਾ ਹੈ ਉਹ ਮੌਜੂਦ ਸੀ। ਜੇਕਰ ਕੁਝ ਮੌਜੂਦ ਸੀ ਤਾਂ ਉਹ ਪ੍ਰਮਾਤਮਾ ਸੀ। ਫਿਰ ਪ੍ਰਮਾਤਮਾ ਦੇ ਮਨ ਦੇ ਵਿੱਚ ਇਹ ਫੁਰਨਾ ਫੁਰਿਆ ਕਿ ਜਗਤ ਦੀ ਰਚਨਾ ਕੀਤੀ ਜਾਏ,
ਆਪਨ ਖੇਲ ਆਪ ਵਰਤੀਜਾ, ਨਾਨਕ ਕਰਨਾ ਹਾਰ ਨਾ ਦੂਜਾ। ਉਹਨੇ ਇਹ ਜਗਤ ਰੂਪ ਖੇਡ ਬਣਾਈ। ਜਗਤ ਦੀ ਇਹ ਖੇਡ ਪ੍ਰਮਾਤਮਾ ਨੇ ਆਪ ਬਣਾਈ ਹੈ। ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ ਜੋ ਇਸ ਖੇਡ ਨੂੰ ਬਣਾ ਸਕਦਾ ਹੁੰਦਾ, ਜਾਂ ਹੁਣ ਵੀ ਜੋ ਇਸ ਖੇਡ ਨੂੰ ਬਣਾ ਸਕੇ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕਹੋ ਕਿਸ ਕੋ ਗਨੀ। ਧਨੀ ਤੋਂ ਭਾਵ ਮਾਲਕ। ਜਦੋਂ ਮਾਲਕ ਪ੍ਰਭੂ ਸਿਰਫ ਆਪ ਹੀ ਸੀ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕਹੋ ਕਿਸ ਕੋ ਗਨੀ। ਉਦੋਂ ਅਸੀਂ ਕਿਹਨੂੰ ਤੇ ਬੰਧਨਾਂ ਦੇ ਵਿੱਚ ਬੱਝਿਆ ਸਮਝੀਏ ਤੇ ਕਿਹਨੂੰ ਅਸੀਂ ਮੁਕਤ ਸਮਝੀਏ। ਜਬ ਏਕੈ ਹਰ ਅਗੰਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਜਦੋਂ ਅਗੰਮ ਤੇ ਬੇਅੰਤ ਪ੍ਰਭੂ ਸਿਰਫ ਆਪ ਹੀ ਸੀ, ਉਦੋਂ ਕਿਹੜੇ ਜੀਵਾਂ ਨੂੰ ਅਸੀਂ ਨਰਕਾਂ ਦੇ ਵਿੱਚ ਆਉਣ ਵਾਲੇ ਤੇ ਕਿਹੜਿਆਂ ਨੂੰ ਸੁਰਗਾਂ ਦੇ ਵਿੱਚ ਆਉਣ ਵਾਲੇ ਗਿਣੀਏ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸ਼ਿਵ ਸਕਤ ਕਹੋ ਕਿਤ ਠਾਈ। ਜਦੋਂ ਪ੍ਰਮਾਤਮਾ ਸਹਿਜ ਸੁਭਾਅ ਦੇ ਵਿੱਚ ਬੈਠਾ ਸੀ, ਮਾਇਆ ਦੇ ਪ੍ਰਭਾਵ ਤੋਂ ਪਰੇ ਸੀ, ਉਹ ਤੇ ਖੈਰ ਅੱਜ ਵੀ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਤਬ ਸ਼ਿਵ ਸਕਤ, ਸ਼ਿਵ ਤੋਂ ਭਾਵ ਜੀਵ ਆਤਮਾ ਤੇ ਸਕਤ ਤੋਂ ਭਾਵ ਮਾਇਆ, ਕਹੋ ਕਿਤ ਠਾਏ। ਕਹਿੰਦੇ ਦੱਸੋ ਕਿ ਉਦੋਂ ਕਿੱਥੇ ਸਨ ਜੀਵ ਤੇ ਕਿੱਥੇ ਸੀ ਮਾਇਆ, ਜਦੋਂ ਪ੍ਰਮਾਤਮਾ ਸਹਿਜ ਸੁਭਾਅ ਦੇ ਵਿੱਚ ਆਪਣੀ ਸਮਾਧੀ ਦੇ ਵਿੱਚ ਬੈਠਾ ਸੀ। ਜਬ ਆਪੈ ਆਪ ਆਪਣੀ ਜੋਤ ਧਰੈ, ਤਬ ਕਵਣ ਨਿਡਰ ਕਵਣ ਕਤ ਡਰੈ। ਜਦੋਂ ਪ੍ਰਮਾਤਮਾ ਸਿਰਫ ਆਪਣੀ ਜੋਤ ਜਗਾਈ ਬੈਠਾ ਸੀ, ਉਦੋਂ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦਾ ਸੀ। ਆਪਨ ਚਲਿਤ ਆਪ ਕਰਨਾ ਹਾਰ, ਨਾਨਕ ਠਾਕੁਰ ਅਗੰਮ ਅਪਾਰ। ਹੇ ਨਾਨਕ, ਅਕਾਲ ਪੁਰਖ ਅਗੰਮ ਅਤੇ ਬੇਅੰਤ ਹੈ। ਉਹ ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ। ਇਸ ਪਦੀ ਦੇ ਵਿੱਚ ਗੁਰੂ ਜੀ ਨੇ ਗੱਲ ਕੀਤੀ ਹੈ ਕਿ ਜਦੋਂ ਇਹ ਜਗਤ ਦੀ ਰਚਨਾ ਨਹੀਂ ਹੋਈ ਸੀ, ਉਦੋਂ ਨਾ ਹੀ ਤੇ ਮਾਇਆ ਸੀ ਤੇ ਨਾ ਹੀ ਜੀਵ ਸੀ, ਨਾ ਹੀ ਕੋਈ ਮੁਕਤ ਸੀ ਤੇ ਨਾ ਹੀ ਕੋਈ ਮਾਇਆ ਦੇ ਬੰਧਨਾਂ ਦੇ ਵਿੱਚ ਬੱਝਾ ਹੋਇਆ ਸੀ। ਨਾ ਕੋਈ ਡਰਦਾ ਸੀ, ਨਾ ਕਿਸੇ ਨੂੰ ਡਰਾਉਂਦਾ ਸੀ, ਨਾ ਸੁਰਗ ਸੀ ਨਾ ਨਰਕ ਸੀ। ਅਬਿਨਾਸ਼ੀ ਸੁਖ ਆਪਨ ਆਸਨ, ਤਾਂ ਜਨਮ ਮਰਨ ਕਹੋ ਕਹਾਂ ਬਿਨਾਸਨ। ਜਦੋਂ ਅਕਾਲ ਪੁਰਖ ਆਪਣੀ ਮੌਜ ਵਿੱਚ ਆਪਣੇ ਸਰੂਪ ਵਿੱਚ ਟਿਕਿਆ ਹੋਇਆ ਸੀ, ਦੱਸੋ ਉਦੋਂ ਕਿੱਥੇ ਤੇ ਜਨਮ ਸੀ ਤੇ ਕਿੱਥੇ ਮਰਨ ਸੀ। ਮਰਨ ਤੇ ਤਾਂ ਹੀ ਹੋ ਸਕਦਾ ਹੈ ਜੇ ਜਨਮ ਹੋਵੇ, ਜੇ ਜਨਮ ਹੀ ਨਾ ਹੋਵੇ ਤੇ ਮਰਨ ਕਿੱਥੋਂ ਹੋ ਸਕਦਾ ਹੈ। ਇਹ ਤੇ ਉਸ ਸਮੇਂ ਦੀ ਗੱਲ ਹੋ ਰਹੀ ਹੈ ਜਦੋਂ ਜੀਵ ਹੀ ਨਹੀਂ ਸੀ। ਜਦੋਂ ਜੀਵ ਨਹੀਂ ਸੀ ਤੇ ਜਨਮ ਵੀ ਨਹੀਂ ਸੀ, ਮੌਤ ਵੀ ਨਹੀਂ ਸੀ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਜਦੋਂ ਕਰਤਾਰ ਪੂਰਨ ਪ੍ਰਭੂ ਸਿਰਫ ਆਪ ਹੀ ਸੀ, ਕਹਿੰਦੇ ਦੱਸੋ ਉਦੋਂ ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ। ਜਬ ਅਭਿਗਤ ਅਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੁੱਛਤ ਲੇਖਾ। ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਮਾਤਮਾ ਆਪ ਹੀ ਸੀ, ਉਦੋਂ ਚਿੱਤਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ। ਜਬ ਨਾਥ ਨਿਰੰਜਨ ਅਗੋਚਰ ਅਗਾਦੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ। ਜਦੋਂ ਮਾਇਆ ਰਹਿਤ ਅਥਾਹ ਅਗੋਚਰ ਮਾਲਕ ਪ੍ਰਭੂ ਆਪ ਹੀ ਸੀ, ਉਦੋਂ ਕੌਣ ਮਾਇਆ ਦੇ ਬੰਧਨਾਂ ਦੇ ਵਿੱਚ ਬੱਝਾ ਹੋਇਆ ਸੀ ਤੇ ਕੌਣ ਇਹਨਾਂ ਬੰਧਨਾਂ ਤੋਂ ਮੁਕਤ ਸੀ। ਕਹਿਣ ਤੋਂ ਭਾਵ ਕਿ ਜਦੋਂ ਸਿਰਫ ਤੇ ਸਿਰਫ ਪ੍ਰਮਾਤਮਾ ਸੀ, ਉਦੋਂ ਨਾ ਜਨਮ ਸੀ ਨਾ ਮਰਨ ਸੀ, ਨਾ ਹੀ ਕਿਸੇ ਨੂੰ ਮੌਤ ਦਾ ਡਰ ਸੀ। ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਉਹ ਅਚਰਜ ਰੂਪ ਪ੍ਰਭੂ ਆਪਣੇ ਵਰਗਾ ਸਿਰਫ ਆਪ ਹੀ ਹੈ। हे ਨਾਨਕ, ਆਪਣਾ ਆਕਾਰ ਵੀ ਉਸ ਪ੍ਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ। ਜਹਾਂ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹਾਂ ਬਿਨ ਮੈਲ ਕਹੋ ਕਿਆ ਧੋਤਾ। ਪੁਰਖ ਪਤ ਤੋਂ ਭਾਵ
ਜੀਵਾਂ ਦਾ ਮਾਲਕ, ਪੁਰਖਾਂ ਦਾ ਪਤੀ, ਜਿਸ ਅਵਸਥਾ ਦੇ ਵਿੱਚ ਪਵਿੱਤਰ ਅਤੇ ਪੁਰਖਾਂ ਦਾ ਪਤੀ, ਜੀਵਾਂ ਦਾ ਮਾਲਕ ਪ੍ਰਭੂ ਆਪ ਹੀ ਆਪ ਸੀ, ਤਾਂ ਦੱਸੋ ਕਿ ਉਸਨੇ ਕਿਹੜੀ ਮੈਲ ਧੋਣੀ ਸੀ। ਉਹ ਤੇ ਮੈਲ ਤੋਂ ਰਹਿਤ ਸੀ, ਉਹ ਤੇ ਨਿਰਮਲ ਸੀ। ਜਦੋਂ ਉਹ ਨਿਰਮਲ ਸੀ, ਮੈਲ ਹੈ ਹੀ ਨਹੀਂ ਸੀ ਕਿਸੇ ਪ੍ਰਕਾਰ ਦੀ, ਤਾਂ ਮੈਲ ਧੋਣੀ ਕਿਹੜੀ ਸੀ। ਤਹਾਂ ਬਿਨ ਮੈਲ ਕਹੋ ਕਿਆ ਧੋਤਾ। ਜਹਾਂ ਨਿਰੰਜਨ ਨਿਰੰਕਾਰ ਨਿਰਵਾਨ, ਤਹਾਂ ਕੌਣ ਕਉ ਮਾਨ ਕੌਣ ਅਭਿਮਾਨ। ਜਦੋਂ ਸਿਰਫ ਤੇ ਸਿਰਫ ਮਾਇਆ ਰਹਿਤ, ਆਕਾਰ ਰਹਿਤ ਤੇ ਵਾਸ਼ਨਾ ਰਹਿਤ ਪ੍ਰਭੂ ਹੀ ਸੀ, ਉਦੋਂ ਕਿਹਨੂੰ ਤੇ ਕੋਈ ਮਾਣ ਹੋ ਸਕਦਾ ਸੀ ਤੇ ਕਿਹਨੂੰ ਅਭਿਮਾਨ ਜਾਣੀ ਕਿ ਹੰਕਾਰ ਹੋ ਸਕਦਾ ਸੀ। ਜਹਾਂ ਸਰੂਪ ਕੇਵਲ ਜਗਦੀਸ਼, ਤਾਂ ਛਲ ਛਿਦਰ ਲਗਤ ਕਉ ਕੀਸ। ਜਿੱਥੇ ਕੇਵਲ ਤੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ, ਪ੍ਰਭੂ ਦਾ ਹੀ ਸਰੂਪ ਮੌਜੂਦ ਸੀ, ਉੱਥੇ ਦੱਸੋ ਕਿਸ ਨੂੰ ਛਲ ਅਤੇ ਐਬ ਲੱਗ ਸਕਦੇ ਸਨ। ਜਾਂ ਜੋਤ ਸਰੂਪੀ ਜੋਤ ਸੰਗ ਸਮਾਵੈ, ਤਾਂ ਕਿਸੈ ਭੂਖ ਕਵਨ ਤ੍ਰਿਪਤਾਵੈ। ਜਦੋਂ ਜੋਤ ਰੂਪ ਪ੍ਰਭੂ ਆਪਣੀ ਹੀ ਜੋਤ ਦੇ ਵਿੱਚ ਸਮਾਇਆ ਹੋਇਆ ਸੀ, ਆਪਣੀ ਹੀ ਜੋਤ ਦੇ ਵਿੱਚ ਲੀਨ ਸੀ, ਉੱਥੇ ਕਿਹਨੂੰ ਤੇ ਮਾਇਆ ਦੀ ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਹੋ ਸਕਦਾ ਸੀ। ਸੋ ਕਹਿਣ ਤੋਂ ਭਾਵ ਕਿ ਜਦੋਂ ਇਸ ਸ੍ਰਿਸ਼ਟੀ ਦੀ ਰਚਨਾ ਨਹੀਂ ਹੋਈ ਸੀ, ਸਿਰਫ ਤੇ ਸਿਰਫ ਪ੍ਰਮਾਤਮਾ ਦੀ ਹੀ ਹਸਤੀ ਮੌਜੂਦ ਸੀ, ਤਾਂ ਉਹ ਪ੍ਰਮਾਤਮਾ ਨਿਰਮਲ ਸੀ। ਉਹ ਤੇ ਅੱਜ ਵੀ ਨਿਰਮਲ ਹੈ। ਜੀਵਾਂ ਦੇ ਉੱਪਰ ਕਈ ਪ੍ਰਕਾਰ ਦੀ ਮੈਲ ਚੜ੍ਹ ਗਈ ਹੈ ਜਿਹਨੂੰ ਧੋਣ ਦੀ ਲੋੜ ਹੈ, ਪਰ ਕਿਉਂਕਿ ਉਦੋਂ ਸਿਰਫ ਤੇ ਸਿਰਫ ਪ੍ਰਮਾਤਮਾ ਦੀ ਹੀ ਹਸਤੀ ਮੌਜੂਦ ਸੀ, ਉਹ ਪ੍ਰਮਾਤਮਾ ਮੈਲ ਤੋਂ ਰਹਿਤ ਸੀ, ਇਸ ਲਈ ਕਿਸੇ ਨੂੰ ਵੀ ਮੈਲ ਧੋਣ ਦੀ ਲੋੜ ਨਹੀਂ ਸੀ। ਉਸ ਵਕਤ ਕਿਸੇ ਨੂੰ ਕੋਈ ਮਾਣ ਨਹੀਂ ਸੀ, ਕਿਸੇ ਨੂੰ ਕੋਈ ਹੰਕਾਰ ਨਹੀਂ ਸੀ, ਕਿਸੇ ਨੂੰ ਕੋਈ ਛਲ ਨਹੀਂ ਸੀ, ਕਿਸੇ ਨੂੰ ਕੋਈ ਐਬ ਨਹੀਂ ਸੀ, ਨਾ ਹੀ ਤੇ ਕੋਈ ਮਾਇਆ ਦੀ ਭੁੱਖ ਦੇ ਵਿੱਚ ਵਸਿਆ ਹੋਇਆ ਸੀ ਤੇ ਨਾ ਹੀ ਕੋਈ ਤ੍ਰਿਪਤ ਸੀ। ਇਹ ਸਾਰੀਆਂ ਗੱਲਾਂ ਜੀਵਾਂ ਤੇ ਲਾਗੂ ਹੁੰਦੀਆਂ ਨੇ ਤੇ ਜੀਵ ਉਸ ਵਕਤ ਹੈ ਨਹੀਂ ਸੀ। ਕਰਨ ਕਰਾਵਣ ਕਰਨੈ ਹਾਰ, ਨਾਨਕ ਕਰਤੇ ਕਾ ਨਾਹੀਂ ਸ਼ੁਮਾਰ। ਸ਼ੁਮਾਰ ਤੋਂ ਭਾਵ ਅੰਦਾਜ਼ਾ। ਪ੍ਰਮਾਤਮਾ ਕਰਤਾਰ ਆਪ ਹੀ ਸਭ ਕੁਝ ਕਰਨ ਯੋਗ ਹੈ ਤੇ ਜੀਵਾਂ ਦੇ ਪਾਸੋਂ ਸਭ ਕੁਝ ਕਰਵਾਉਣ ਯੋਗ ਹੈ। ਹੇ ਨਾਨਕ, ਕਰਤਾਰ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਨਾ ਹੀ ਅਸੀਂ ਉਹਦੇ ਆਕਾਰ ਦਾ, ਨਾ ਰੰਗ ਰੂਪ ਦਾ, ਤੇ ਨਾ ਹੀ ਉਹਦੀ ਤਾਕਤ ਦਾ, ਨਾ ਉਹਦੇ ਗੁਣਾਂ ਦਾ। ਕਿਸੇ ਵੀ ਗੱਲ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਸਾਡੀ ਪਹੁੰਚ ਸਿਰਫ ਇੱਥੋਂ ਤੱਕ ਹੈ ਕਿ ਅਸੀਂ ਮੰਨ ਸਕਦੇ ਹਾਂ ਕਿ ਪ੍ਰਮਾਤਮਾ ਦੀ ਹਸਤੀ ਮੌਜੂਦ ਹੈ ਜੋ ਇਸ ਸ੍ਰਿਸ਼ਟੀ ਨੂੰ ਚਲਾ ਰਹੀ ਹੈ। ਜਬ ਆਪਣੀ ਸ਼ੋਭਾ ਆਪਨ ਸੰਗ ਬਨਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਜਦੋਂ ਪ੍ਰਭੂ ਨੇ ਆਪਣੀ ਸ਼ੋਭਾ ਆਪਣੇ ਹੀ ਨਾਲ ਬਣਾਈ ਸੀ, ਭਾਵ ਕਿ ਆਪ ਹੀ ਚੰਗੇ ਗੁਣਾਂ ਦਾ ਮਾਲਿਕ ਸੀ, ਆਪ ਹੀ ਆਪਣੀ ਸ਼ੋਭਾ ਕਰਨ ਵਾਲਾ ਸੀ, ਉਸ ਵਕਤ ਦੱਸੋ ਕੌਣ ਮਾਂ, ਬਾਪ, ਮਿੱਤਰ, ਪੁੱਤਰ, ਭਰਾ ਸੀ। ਇਹ ਰਿਸ਼ਤੇ ਕਿੱਥੇ ਸੀ? ਇਹ ਰਿਸ਼ਤੇ ਤੇ ਉਦੋਂ ਬਣੇ ਜਦੋਂ ਜੀਵ ਇਸ ਜਗਤ ਦੇ ਵਿੱਚ ਆਏ। ਮਨੁੱਖ ਦੇ ਜਗਤ ਦੇ ਵਿੱਚ ਆਉਣ ਤੋਂ ਵੀ ਕਾਫੀ ਲੰਬੇ ਸਮੇਂ ਤੱਕ ਇਹਨਾਂ ਰਿਸ਼ਤਿਆਂ ਦੀਆਂ ਇਸ ਪ੍ਰਕਾਰ ਪਰਿਭਾਸ਼ਾਵਾਂ ਤੇ ਇਹਨਾਂ ਦੇ ਵੱਖਰੇ ਵੱਖਰੇ ਨਾਮ ਨਿਰਧਾਰਤ ਨਹੀਂ ਸਨ। ਮਨੁੱਖ ਤੋਂ ਇਲਾਵਾ ਜੋ ਬਾਕੀ ਦੇ ਜੀਵ ਹਨ, ਉਹਨਾਂ ਨੂੰ ਇਹ ਜ਼ਰੂਰ ਪਤਾ ਹੁੰਦਾ ਹੈ ਕਿ ਕੌਣ ਉਹਨਾਂ ਦਾ ਆਪਣਾ ਹੈ, ਕੌਣ ਉਹਨਾਂ ਦਾ ਨੇੜਲਾ ਸੰਬੰਧੀ ਹੈ, ਪਰ ਉਹਨਾਂ ਦੇ ਕੋਲ ਉਸ ਪ੍ਰਕਾਰ ਦੀ ਭਾਸ਼ਾ ਨਹੀਂ ਹੈ ਕਿ ਜਿਸ ਨਾਲ ਉਹ ਆਪਣੇ ਰਿਸ਼ਤਿਆਂ ਨੂੰ ਪਰਿਭਾਸ਼ਿਤ ਕਰ ਸਕਣ। ਪਰ ਮਨੁੱਖ ਨੇ ਭਾਸ਼ਾਵਾਂ ਡਿਵੈਲਪ ਕੀਤੀਆਂ ਤੇ ਉਹਨਾਂ ਭਾਸ਼ਾਵਾਂ ਦੇ ਆਧਾਰ 'ਤੇ ਵੱਖ-ਵੱਖ ਰਿਸ਼ਤਿਆਂ ਦੇ ਵੱਖ-ਵੱਖ
ਨਾਮ ਹੋ ਗਈ। ਪਰ ਇਸ ਅਸ਼ਟਪਦੀ ਦੇ ਵਿੱਚ ਗੱਲ ਉਸ ਸਮੇਂ ਦੀ ਹੋ ਰਹੀ ਹੈ ਜਦੋਂ ਜੀਵ ਸਨ ਹੀ ਨਹੀਂ, ਸਿਰਫ ਤੇ ਸਿਰਫ ਮਾਲਿਕ ਸੀ, ਪਰਮਾਤਮਾ ਸੀ। ਜਾਂ ਸਰਬ ਕਲਾ ਆਪੈ ਪ੍ਰਬੀਨ, ਤਹਾਂ ਵੇਦ ਕਤੇਬ ਕਹਾਂ ਕਉ ਚੀਨ। ਜਦੋਂ ਪ੍ਰਭੂ ਆਪ ਹੀ ਸਾਰੀਆਂ ਤਾਕਤਾਂ ਦੇ ਵਿੱਚ ਸਿਆਣਾ ਸੀ, ਸਾਰੀਆਂ ਤਾਕਤਾਂ ਦਾ ਮਾਲਿਕ ਸੀ, ਤਦੋਂ ਕਿੱਥੇ ਕੋਈ ਵੇਦ ਅਤੇ ਕਤੇਬਾਂ ਨੂੰ ਵਿਚਾਰਦਾ ਸੀ। ਧਾਰਮਿਕ ਗ੍ਰੰਥ ਉਦੋਂ ਬਣੇ ਜਦੋਂ ਮਨੁੱਖ ਇਸ ਜਗਤ ਦੇ ਵਿੱਚ ਆਏ, ਬਲਕਿ ਮਨੁੱਖ ਦੇ ਜਗਤ ਦੇ ਵਿੱਚ ਆਉਣ ਤੋਂ ਵੀ ਲੱਖਾਂ ਸਾਲ ਬਾਅਦ ਜਾ ਕੇ ਧਾਰਮਿਕ ਗ੍ਰੰਥ ਹੋਂਦ ਦੇ ਵਿੱਚ ਆਏ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਧਾਰਮਿਕ ਗ੍ਰੰਥਾਂ ਦੇ ਵਿੱਚ ਬਹੁਤ ਹੀ ਵਧੀਆ ਗਿਆਨ ਹੈ, ਪਰ ਪ੍ਰਭੂ ਤੇ ਇਸ ਗਿਆਨ ਦੇ ਜਗਤ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਬੜਾ ਸਿਆਣਾ ਸੀ। ਜਿਨ੍ਹਾਂ ਨੇ ਵੀ ਇਹ ਗ੍ਰੰਥ ਲਿਖੇ ਹਨ, ਉਹਨਾਂ ਨੂੰ ਵੀ ਸਿਆਣਪ ਅਤੇ ਗਿਆਨ ਉਸ ਪਰਮਾਤਮਾ ਨੇ ਹੀ ਬਖਸ਼ਿਆ ਹੈ। ਜਬ ਆਪਨ ਆਪ ਆਪ ਉਰ ਧਾਰੈ, ਤਉ ਸ਼ਗਨ ਅਪਸ਼ਗਨ ਕਹਾਂ ਵਿਚਾਰੈ। ਜਦੋਂ ਪ੍ਰਮਾਤਮਾ ਆਪਣੇ ਆਪ ਨੂੰ ਹੀ ਆਪਣੇ ਹਿਰਦੇ ਦੇ ਵਿੱਚ ਟਿਕਾਈ ਬੈਠਾ ਸੀ, ਉਸ ਵਕਤ ਸ਼ਗਨ ਤੇ ਅਪਸ਼ਗਨ ਨੂੰ ਕੌਣ ਵਿਚਾਰਦਾ ਸੀ। ਜਹਾਂ ਆਪਨ ਊਚ ਆਪਨ ਆਪ ਨੇਰਾ, ਤਹਾਂ ਕੌਣ ਠਾਕੁਰ ਕੌਣ ਕਹੀਐ ਚੇਰਾ। ਚੇਰਾ ਤੋਂ ਭਾਵ ਚੇਲਾ ਜਾਂ ਸੇਵਕ। ਜਦੋਂ ਪ੍ਰਭੂ ਆਪ ਹੀ ਉੱਚਾ ਸੀ, ਭਾਵ ਦੂਰ ਸੀ, ਤੇ ਆਪ ਹੀ ਨੇੜੇ ਵੀ ਸੀ, ਉਦੋਂ ਦੱਸੋ ਕੌਣ ਮਾਲਕ ਸੀ ਤੇ ਕੌਣ ਸੇਵਕ ਸੀ। ਕਹਿਣ ਤੋਂ ਭਾਵ ਕਿ ਜਦੋਂ ਇਸ ਜਗਤ ਦੇ ਵਿੱਚ ਸਿਰਫ ਤੇ ਸਿਰਫ ਪਰਮਾਤਮਾ ਸੀ, ਉਦੋਂ ਨਾ ਤੇ ਕੋਈ ਹੋਰ ਰਿਸ਼ਤੇ ਸਨ, ਨਾ ਹੀ ਕੋਈ ਧਾਰਮਿਕ ਗ੍ਰੰਥ ਸਨ, ਨਾ ਕੋਈ ਸ਼ਗਨ ਅਪਸ਼ਗਨ ਦੀ ਵਿਚਾਰ ਕਰਦਾ ਸੀ, ਨਾ ਹੀ ਕੋਈ ਮਾਲਕ ਤੇ ਸੇਵਕ ਸੀ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ। ਹੇ ਨਾਨਕ, ਪ੍ਰਭੂ ਦੇ ਅੱਗੇ ਅਰਦਾਸ ਕਰਕੇ ਆਖ ਕਿ ਹੇ ਪ੍ਰਮਾਤਮਾ, ਤੂੰ ਆਪਣੀ ਗਤ ਆਪ ਹੀ ਜਾਣਦਾ ਹੈ। ਜੀਵ ਤੇਰੀ ਗਤ ਭਾਲਦੇ ਹੈਰਾਨ ਤੇ ਅਸ਼ਚਰਜ ਹੋ ਜਾਂਦੇ ਹਨ। ਜਾਂ ਅਛਲ ਅਛੇਦ ਅਭੇਦ ਸਮਾਇਆ, ਊਹਾ ਕਿਸੈ ਵਿਆਪਤ ਮਾਇਆ। ਜੋ ਪ੍ਰਮਾਤਮਾ ਉਸ ਅਵਸਥਾ ਦੇ ਵਿੱਚ ਹੈ ਜਿੱਥੇ ਕਿ ਉਹ ਅਛਲ ਹੈ, ਭਾਵ ਕਿ ਉਸ ਨੂੰ ਛਲਿਆ ਨਹੀਂ ਜਾ ਸਕਦਾ, ਪ੍ਰਮਾਤਮਾ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਜੋ ਅਛੇਦ ਹੈ, ਜਿਹਨੂੰ ਛੇਦਿਆ ਨਾ ਜਾ ਸਕੇ, ਜਿਸ ਦਾ ਨਾਸ ਨਾ ਕੀਤਾ ਜਾ ਸਕੇ, ਤੇ ਜੋ ਅਭੇਦ ਵੀ ਹੈ, ਭਾਵ ਜਿਸ ਦਾ ਭੇਦ ਨਾ ਪਾਇਆ ਜਾ ਸਕੇ। ਇਸ ਅਵਸਥਾ ਦੇ ਵਿੱਚ ਪ੍ਰਮਾਤਮਾ ਜਦੋਂ ਮੌਜੂਦ ਸੀ, ਉੱਥੇ ਕਿਸ ਨੂੰ ਮਾਇਆ ਪੋ ਸਕਦੀ ਸੀ। ਆਪਸ ਕੋ ਆਪੈ ਆਦੇਸ, ਤਿਹ ਗੁਣ ਕਾ ਨਾਹੀ ਪ੍ਰਵੇਸ਼। ਉਸ ਵਕਤ ਪ੍ਰਭੂ ਆਪ ਹੀ ਆਪਣੇ ਆਪ ਨੂੰ ਨਮਸਕਾਰ ਕਰਦਾ ਸੀ। ਮਾਇਆ ਦੇ ਤਿੰਨਾਂ ਗੁਣਾਂ ਦਾ ਉਸ ਉੱਪਰ ਕੋਈ ਅਸਰ ਨਹੀਂ ਸੀ, ਤੇ ਪ੍ਰਮਾਤਮਾ ਅੱਜ ਵੀ ਅਛਲ ਅਛੇਦ ਅਭੇਦ ਹੈ। ਅੱਜ ਵੀ ਉਸ ਉੱਪਰ ਮਾਇਆ ਦਾ ਕੋਈ ਅਸਰ ਨਹੀਂ ਹੁੰਦਾ। ਜਹਾਂ ਏਕੈ ਏਕ ਏਕ ਭਗਵੰਤਾ, ਤਹਾਂ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਦੋਂ ਭਗਵਾਨ ਕੇਵਲ ਆਪ ਹੀ ਸੀ, ਉਦੋਂ ਕੌਣ ਤੇ ਬੇਫਿਕਰ ਸੀ ਤੇ ਕਿਸ ਨੂੰ ਚਿੰਤਾ ਲੱਗ ਸਕਦੀ ਸੀ। ਜਾਂ ਆਪਨ ਆਪ ਆਪ ਪਤਿਆਰਾ, ਤਹਾਂ ਕੌਣ ਕਥੈ ਕੌਣ ਸੁਣਨੈ ਹਾਰਾ। ਜਦੋਂ ਪ੍ਰਮਾਤਮਾ ਖੁਦ ਹੀ ਖੁਦ ਨੂੰ ਪਤਿਆਉਣ ਵਾਲਾ ਸੀ, ਉਦੋਂ ਕੌਣ ਤੇ ਬੋਲਣ ਵਾਲਾ ਸੀ ਤੇ ਕੌਣ ਸੁਣਨ ਵਾਲਾ ਸੀ। ਕਹਿਣ ਤੋਂ ਭਾਵ ਉਸ ਸਮੇਂ ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਹੋਈ ਸੀ, ਉਦੋਂ ਨਾ ਤੇ ਕੋਈ ਚਿੰਤਾਵਾਂ ਸਨ ਤੇ ਨਾ ਹੀ ਬੋਲਣ ਸੁਣਨ ਵਾਲੇ ਜੀਵ ਸਨ। ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕਉ ਆਪੈ ਪਹੁੰਚਾ। ਪ੍ਰਮਾਤਮਾ ਬੜਾ ਹੀ ਬੇਅੰਤ ਹੈ, ਬੜਾ ਹੀ ਉੱਚਾ ਹੈ, ਆਪਣੇ ਤੱਕ ਆਪ ਹੀ ਅਪੜਨ ਵਾਲਾ ਹੈ, ਪਹੁੰਚਣ ਵਾਲਾ ਹੈ। ਜਹਾਂ ਆਪ ਰਚਿਓ ਪਰਪੰਚ ਆਕਾਰ, ਤਿਹ ਗੁਣ ਮਹਿ ਕੀਨੋ ਵਿਸਥਾਰ। ਜਦੋਂ ਪ੍ਰਭੂ ਨੇ ਆਪ
ਜਗਤ ਦੀ ਖੇਡ ਰਚ ਦਿੱਤੀ ਤੇ ਮਾਇਆ ਦੇ 3 ਗੁਣਾਂ ਦਾ ਖਿਲਾਰਾ ਖਲੇਰ ਦਿੱਤਾ। ਹੁਣ ਤੱਕ ਜੋ ਅਸੀਂ ਪਦੀਆਂ ਪੜ੍ਹੀਆਂ ਉਹਨਾਂ ਦੇ ਵਿੱਚ ਗੱਲ ਹੋ ਰਹੀ ਸੀ ਉਸ ਸਮੇਂ ਦੀ, ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਹੋਈ ਸੀ। ਇੱਥੇ ਗੁਰੂ ਜੀ ਸ੍ਰਿਸ਼ਟੀ ਦੀ ਰਚਨਾ ਵਾਲੇ ਸਮੇਂ 'ਤੇ ਆ ਗਏ ਹਨ ਕਿ ਪ੍ਰਮਾਤਮਾ ਨੇ ਫਿਰ ਸ੍ਰਿਸ਼ਟੀ ਦੀ ਰਚਨਾ ਕੀਤੀ। ਮਾਇਆ ਦੇ 3 ਗੁਣਾਂ ਦਾ ਖਿਲਾਰਾ ਸੰਸਾਰ ਦੇ ਵਿੱਚ ਖਿਲਾਰ ਦਿੱਤਾ। ਉਸ ਤੋਂ ਬਾਅਦ ਕੀ ਪੈਦਾ ਹੋਇਆ? ਪਾਪ ਪੁੰਨ ਤਹਾਂ ਭਈ ਕਹਾਵਤ, ਕੋਊ ਨਰਕ ਕੋਊ ਸੁਰਗ ਬੰਛਾਵਤ। ਉਸ ਤੋਂ ਬਾਅਦ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ, ਇਹ ਪੁੰਨ ਹੈ। ਇਹ ਜੀਵ ਨਰਕਾਂ ਦਾ ਭਾਗੀ ਬਣੇਗਾ, ਇਹ ਸੁਰਗਾਂ ਦਾ ਚਾਹਵਾਨ ਬਣੇਗਾ। ਪ੍ਰਮਾਤਮਾ ਨੇ ਮਨੁੱਖ ਬਣਾ ਦਿੱਤਾ। ਮਨੁੱਖ ਨੇ ਅੱਗੇ ਇਹ ਗੱਲਾਂ ਬਣਾ ਲਈਆਂ, ਪਾਪ ਪੁੰਨ ਨਰਕ ਸੁਰਗ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਭੈ ਭਾਰ, ਦੁਖ ਸੂਖ ਮਾਨ ਅਪਮਾਨ, ਅਨੇਕ ਪ੍ਰਕਾਰ ਕੀਓ ਵਖਿਆਨ। ਆਲ ਜਾਲ ਤੋਂ ਭਾਵ ਘਰਾਂ ਦੇ ਬੰਧਨ, ਕੰਮ ਕਾਜ ਦੀਆਂ ਚਿੰਤਾਵਾਂ, ਮਾਇਆ ਦੇ ਬੰਧਨ, ਅਹੰਕਾਰ ਮੋਹ ਭੁਲੇਖੇ, ਦੁੱਖ ਸੁੱਖ ਡਰ ਆਦਰ ਨਿਰਾਦਰ, ਇਹ ਸਭ ਕੁਝ ਮਨੁੱਖ ਨੇ ਪੈਦਾ ਕਰ ਲਿਆ। ਪ੍ਰਮਾਤਮਾ ਨੇ ਮਨੁੱਖ ਨੂੰ ਬਣਾਇਆ ਤੇ ਇਹ ਸਭ ਕੁਝ ਮਨੁੱਖ ਨੇ ਬਣਾ ਲਿਆ। ਉਸ ਪ੍ਰਮਾਤਮਾ ਤੇ ਭਰੋਸਾ ਰੱਖਣ ਦੀ ਬਜਾਏ ਮਨੁੱਖ ਨੂੰ ਆਪਣੀਆਂ ਚਿੰਤਾਵਾਂ ਆਪ ਹੋਣ ਲੱਗ ਗਈਆਂ। ਉਹਨੂੰ ਕਈ ਪ੍ਰਕਾਰ ਦੇ ਡਰ ਹੋ ਗਏ। ਆਪਣੇ ਨੇੜਲੇ ਸੰਬੰਧੀਆਂ ਦੇ ਨਾਲ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਉਹਦਾ ਸਨੇਹ ਹੋ ਗਿਆ, ਉਹਦਾ ਮੋਹ ਹੋ ਗਿਆ। ਉਹ ਮੋਹ ਦੇ ਧਾਗੇ ਦੇ ਵਿੱਚ ਵੱਜ ਗਿਆ। ਉਸ ਮੋਹ ਦੇ ਧਾਗੇ 'ਚੋਂ ਅਨੇਕਾਂ ਹੀ ਡਰ ਉਤਪੰਨ ਹੋ ਜਾਂਦੇ ਨੇ। ਬੜੀਆਂ ਕਿਸਮਾਂ ਦੇ ਮਨੁੱਖ ਨੂੰ ਭਰਮ ਪੈਦਾ ਹੋ ਗਏ। ਸਭ ਤੋਂ ਵੱਡਾ ਭਰਮ ਉਹਨੂੰ ਇਹ ਹੋ ਗਿਆ ਕਿ ਉਹ ਬਹੁਤ ਤਾਕਤਵਰ ਹੈ, ਉਹ ਬਹੁਤ ਬਲਵਾਨ ਹੈ, ਉਹ ਬੜਾ ਸਿਆਣਾ ਹੈ। ਤੇ ਇਸ ਭਰਮ ਦੇ ਵਿੱਚੋਂ, ਇਸ ਭੁਲੇਖੇ ਦੇ ਵਿੱਚੋਂ ਹੰਕਾਰ ਉਤਪੰਨ ਹੋ ਗਿਆ। ਸੋ ਸੰਖੇਪ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਜਦੋਂ ਇਸ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਹੀ ਸੀ, ਉਸ ਵਕਤ ਇਹ ਸਾਰੇ ਅਹਿਸਾਸ ਨਹੀਂ ਸਨ। ਜਦੋਂ ਪਰਮਾਤਮਾ ਨੇ ਮਨੁੱਖ ਨੂੰ ਬਣਾ ਦਿੱਤਾ ਤਾਂ ਮਨੁੱਖ ਨੇ ਇਹਨਾਂ ਸਾਰੇ ਅਹਿਸਾਸਾਂ ਨੂੰ ਜਨਮ ਦੇ ਦਿੱਤਾ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ। ਹੇ ਨਾਨਕ, ਪ੍ਰਭੂ ਆਪਣਾ ਤਮਾਸ਼ਾ ਆਪ ਕਰਕੇ ਵੇਖ ਰਿਹਾ ਹੈ। ਜਦੋਂ ਉਹ ਇਸ ਤਮਾਸ਼ੇ ਨੂੰ ਸਮੇਟਦਾ ਹੈ, ਇਸ ਖੇਡ ਨੂੰ ਸਮੇਟਦਾ ਹੈ, ਤਾਂ ਫਿਰ ਇੱਕ ਆਪ ਹੀ ਆਪ ਹੋ ਜਾਂਦਾ ਹੈ। ਅੱਜ ਇਸ ਸ੍ਰਿਸ਼ਟੀ ਦੇ ਵਿੱਚ ਬਹੁਤ ਖਿਲਾਰਾ ਹੈ। ਪ੍ਰਭੂ ਇੰਨਾ ਤਾਕਤਵਰ ਹੈ ਕਿ ਕੱਲ੍ਹ ਨੂੰ ਇਸ ਸਭ ਕਾਸੇ ਨੂੰ ਸਮੇਟ ਸਕਦਾ ਹੈ। ਤੇ ਜਦੋਂ ਸਮੇਟ ਲਿਆ ਤਾਂ ਫਿਰ ਤੋਂ ਉਹ ਸਮਾਂ ਬਣ ਜਾਏਗਾ ਜਦੋਂ ਇਸ ਜਗਤ ਦੇ ਵਿੱਚ ਸਿਰਫ ਤੇ ਸਿਰਫ ਪਰਮਾਤਮਾ ਦੀ ਹੀ ਮੌਜੂਦਗੀ ਹੋਵੇਗੀ। ਫਿਰ ਉਹ ਸਮਾਂ ਹੋਵੇਗਾ ਜਦੋਂ ਕੋਈ ਚਿੰਤਾਵਾਂ ਨਹੀਂ ਹੋਣਗੀਆਂ, ਕੋਈ ਦੁੱਖ ਸੁੱਖ ਆਦਰ ਨਿਰਾਦਰ ਭਰਮ ਭੁਲੇਖੇ ਮੋਹ ਹੰਕਾਰ ਆਦਿ ਅਹਿਸਾਸ ਨਹੀਂ ਹੋਣਗੇ। ਜਹਾਂ ਅਭਿਗਤ ਭਗਤ ਤਹਾਂ ਆਪ, ਜਹਾਂ ਪਸਰੈ ਪਾਸਾਰ ਸੰਤ ਪ੍ਰਤਾਪ। ਜਿੱਥੇ ਅਦ੍ਰਿਸ਼ਟ ਪ੍ਰਭੂ ਹੈ ਉੱਥੇ ਉਸ ਦਾ ਭਗਤ ਵੀ ਹੈ, ਤੇ ਜਿੱਥੇ ਉਸ ਦਾ ਭਗਤ ਹੈ ਉੱਥੇ ਪ੍ਰਮਾਤਮਾ ਵੀ ਹੈ। ਸੋ ਇਹ ਸਾਈਕਲ ਹੈ, ਚੱਕਰ ਹੈ। ਜਿੱਥੇ ਪ੍ਰਭੂ ਹੈ ਉੱਥੇ ਭਗਤ ਹੈ, ਤੇ ਜਿੱਥੇ ਭਗਤ ਹੈ ਉੱਥੇ ਪ੍ਰਭੂ ਹੈ। ਜਗਤ ਦਾ ਇਹ ਖਿਲਾਰਾ ਸੰਤਾਂ ਦੀ ਮਹਿਮਾ ਵਾਸਤੇ ਪ੍ਰਮਾਤਮਾ ਨੇ ਆਪ ਖਿਲਾਰਿਆ ਹੈ। ਦੁਹੂ ਪਾਖ ਕਾ ਆਪੈ ਧਨੀ, ਉਨਕੀ ਸ਼ੋਭਾ ਉਨਹੂ ਬਨੀ। ਪ੍ਰਭੂ ਜੀ ਆਪਣੀ ਸ਼ੋਭਾ, ਆਪਣੀ ਵਡਿਆਈ ਆਪ ਹੀ ਜਾਣਦੇ ਹਨ। ਇਸ ਗੱਲ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਦੋਹਾਂ ਹੀ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ। ਉਹ ਦੋ ਪੱਖ ਕਿਹੜੇ ਹਨ? ਇੱਕ ਪਾਸੇ ਸੰਤਾਂ ਦੀ ਮਹਿਮਾ ਹੈ ਤੇ ਦੂਜੇ ਪਾਸੇ ਮਾਇਆ ਦਾ ਪ੍ਰਭਾਵ ਹੈ। ਇੱਕ ਪਾਸੇ ਉਹ ਸੰਸਾਰ ਹੈ ਜੋ ਮਾਇਆ ਦੇ ਵਿੱਚ ਡੁੱਬਾ ਹੋਇਆ ਹੈ, ਦੂਜੇ ਪਾਸੇ ਗੁਰੂ ਨਾਨਕ ਸਾਹਿਬ ਵਰਗੇ ਸੰਤ ਵੀ ਹਨ
ਸੰਤ ਪੁਰਸ਼ ਵੀ ਹਨ। ਗੁਰੂ ਗ੍ਰੰਥ ਸਾਹਿਬ ਜੀ ਵਰਗੇ ਇਲਾਹੀ ਗੁਰੂ ਵੀ ਹਨ। ਆਪੈ ਕੌਤਕ ਕਰੈ ਆਨੰਦ ਚੋਜ, ਆਪੈ ਰਸ ਭੋਗਨ ਨਿਰਜੋਗ। ਪ੍ਰਭੂ ਆਪ ਹੀ ਸੰਸਾਰ ਦੀਆਂ ਇਹ ਖੇਡਾਂ ਖੇਡ ਰਿਹਾ ਹੈ, ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ, ਆਪ ਹੀ ਸਾਰੇ ਰਸਾਂ ਨੂੰ ਭੋਗਣ ਵਾਲਾ ਵੀ ਹੈ, ਪਰ ਇਹਨਾਂ ਦੇ ਮੋਹ ਤੋਂ ਨਿਰਲੇਪ ਹੈ। ਰਸ ਪਦਾਰਥਾਂ ਨੂੰ ਭੋਗਦਾ ਜ਼ਰੂਰ ਹੈ, ਪਰ ਇਹਨਾਂ ਦੇ ਮੋਹ ਵਿੱਚ ਨਹੀਂ ਪੈਂਦਾ। ਇਹ ਨਹੀਂ ਹੋਏਗਾ ਕਿ ਪ੍ਰਮਾਤਮਾ ਅੱਜ ਰਸਾਂ ਨੂੰ ਭੋਗ ਰਿਹਾ ਹੈ ਤੇ ਬਹੁਤ ਖੁਸ਼ ਹੈ, ਕੱਲ੍ਹ ਨੂੰ ਨਾ ਮਿਲੇ ਤੇ ਦੁਖੀ ਹੋਏਗਾ। ਜੇ ਅੱਜ ਮਿਲ ਰਹੇ ਹਨ ਤਾਂ ਉਹਨਾਂ ਦਾ ਆਨੰਦ ਮਾਣ ਰਿਹਾ ਹੈ, ਜੇ ਕੱਲ੍ਹ ਨੂੰ ਨਹੀਂ ਮਿਲੇ ਤਾਂ ਵੀ ਉਹ ਆਨੰਦ ਦੇ ਵਿੱਚ ਹੀ ਹੈ। ਜਿਸ ਭਾਵੈ ਤਿਸ ਆਪਨ ਨਾਏ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਬਹੁਤ ਵੱਡਾ ਸੰਸਾਰ ਹੈ। ਸੰਸਾਰ ਦੇ ਵਿੱਚ ਬਹੁਤ ਸਾਰੇ ਜੀਵ ਹਨ। ਬਾਕੀ ਜੀਵਾਂ ਨੂੰ ਅਸੀਂ ਛੱਡ ਵੀ ਦਈਏ, ਮਨੁੱਖ ਹੀ ਬਹੁਤ ਸਾਰੇ ਹਨ। ਉਹਨਾਂ ਮਨੁੱਖਾਂ ਦੇ ਵਿੱਚੋਂ ਕੁਝ ਪ੍ਰਮਾਤਮਾ ਦੇ ਲੜ ਲੱਗੇ ਹਨ ਤੇ ਕੁਝ ਮਾਇਆ ਦੇ ਲੜ ਲੱਗੇ ਹਨ। ਦੋਨੋਂ ਹੀ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹਨ। ਜਿਵੇਂ ਪ੍ਰਮਾਤਮਾ ਨੂੰ ਚੰਗਾ ਲੱਗਿਆ ਉਹਨੇ ਉਸ ਪ੍ਰਕਾਰ ਕੁਝ ਕੁ ਨੂੰ ਆਪਣੇ ਨਾਮ ਦੇ ਵਿੱਚ ਜੋੜ ਲਿਆ ਤੇ ਕੁਝ ਕੁ ਨੂੰ ਮਾਇਆ ਦੇ ਵਿੱਚ ਜੋੜ ਦਿੱਤਾ। ਬੇਸ਼ੁਮਾਰ ਅਥਾਹ ਅਗੰਤ ਅਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਪ੍ਰਮਾਤਮਾ ਬੜਾ ਹੀ ਬੇਅੰਤ, ਬੜਾ ਹੀ ਅਥਾਹ ਅਗੰਤ ਤੇ ਅਟੋਲ ਹੈ। ਤੇ ਇਹ ਜੋ ਆਖਰੀ ਪੰਕਤੀ ਇਸ ਅਸ਼ਟਪਦੀ ਦੀ ਹੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ, ਇਸ ਪ੍ਰਕਾਰ ਦੀ ਨਿਮਰਤਾ ਹਰ ਮਨੁੱਖ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਜਿਵੇਂ ਪ੍ਰਮਾਤਮਾ ਮੈਨੂੰ ਬੁਲਾ ਰਿਹਾ ਹੈ ਮੈਂ ਉਵੇਂ ਬੋਲ ਰਿਹਾ ਹਾਂ। ਮੈਂ ਨਹੀਂ ਬੋਲ ਰਿਹਾ, ਪ੍ਰਮਾਤਮਾ ਮੈਨੂੰ ਬੁਲਾ ਰਿਹਾ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਦੀ 21ਵੀਂ ਅਸ਼ਟਪਦੀ ਦੀ ਇੱਥੇ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ, ਅੱਜ ਦੀ ਅਸ਼ਟਪਦੀ ਦੇ ਵਿੱਚ ਗੁਰੂ ਜੀ ਨੇ ਇੱਕ ਬੜਾ ਹੀ ਵੱਖਰਾ ਵਿਸ਼ਾ ਲੈ ਕੇ ਆਂਦਾ, ਬੜਾ ਹੀ ਵੱਖਰਾ ਵਿਸ਼ਾ ਸਾਡੇ ਸਾਹਮਣੇ ਰੱਖਿਆ। ਅੱਗੇ ਅੱਗੇ ਚੱਲਾਂਗੇ, ਹੋਰ ਵੀ ਬੜੇ ਵੱਖਰੇ ਤੋਂ ਵੱਖਰੇ ਵਿਸ਼ੇ ਸਾਡੇ ਸਾਹਮਣੇ ਆਉਣਗੇ। ਅੱਜ ਦੀ ਅਸ਼ਟਪਦੀ ਦਾ ਸਾਰ ਅੰਸ਼ ਇਹ ਬਣਦਾ ਹੈ ਕਿ ਜਦੋਂ ਮਨੁੱਖ ਇਸ ਜਗਤ ਦੇ ਵਿੱਚ ਨਹੀਂ ਸੀ, ਮਨੁੱਖ ਇਸ ਸ੍ਰਿਸ਼ਟੀ ਦੇ ਵਿੱਚ ਨਹੀਂ ਸੀ, ਉਦੋਂ ਬਹੁਤ ਸਾਰੇ ਅਹਿਸਾਸ ਜਿਹੜੇ ਅੱਜ ਪ੍ਰਚਲਿਤ ਹਨ ਉਹ ਨਹੀਂ ਸਨ। ਉਦੋਂ ਡਰ, ਭੁਲੇਖੇ, ਦੁੱਖ ਸੁੱਖ, ਆਦਰ ਨਿਰਾਦਰ ਵਗੈਰਾ ਅਹਿਸਾਸ ਨਹੀਂ ਸਨ, ਜਦੋਂ ਇੱਥੇ ਸਿਰਫ ਤੇ ਸਿਰਫ ਪ੍ਰਮਾਤਮਾ ਸੀ। ਜਦੋਂ ਹੀ ਮਨੁੱਖ ਜਗਤ ਦੇ ਵਿੱਚ ਆਇਆ, ਉਸ ਤੋਂ ਬਾਅਦ ਇਹ ਅਹਿਸਾਸ ਪੈਦਾ ਹੋਏ। ਉਸ ਤੋਂ ਬਾਅਦ ਇਹਨਾਂ ਅਹਿਸਾਸਾਂ ਨੇ ਆਪਣਾ ਖਿਲਾਰਾ ਪੂਰੇ ਜਗਤ ਦੇ ਵਿੱਚ ਖਿਲਾਰਿਆ। ਸੋ ਇਸੇ ਪ੍ਰਕਾਰ ਹੀ ਵੱਖਰੇ ਵੱਖਰੇ ਵਿਸ਼ਿਆਂ ਦੀ ਜਾਣਕਾਰੀ ਹਾਸਲ ਕਰਨ ਦੇ ਲਈ, ਗਿਆਨ ਹਾਸਲ ਕਰਨ ਦੇ ਲਈ ਗੁਰਬਾਣੀ ਦੇ ਨਾਲ ਸਦਾ ਜੁੜੇ ਰਹੋ ਤੇ ਕੋਸ਼ਿਸ਼ ਕਰੋ ਕਿ ਹੋਰਨਾਂ ਲੋਕਾਂ ਨੂੰ ਵੀ ਅਸੀਂ ਗੁਰਬਾਣੀ ਦੇ ਨਾਲ ਜੁੜਨ ਦੇ ਲਈ ਪ੍ਰੇਰਿਤ ਕਰੀਏ। ਉਹ ਜੁੜਨਗੇ ਜਾਂ ਨਹੀਂ, ਇਹ ਪ੍ਰਮਾਤਮਾ ਨਿਰਧਾਰਿਤ ਕਰੇਗਾ। ਅਸੀਂ ਕੋਸ਼ਿਸ਼ ਕਰਨੀ ਹੈ ਕਿ ਨਹੀਂ, ਇਹ ਪ੍ਰੇਰਨਾ ਸਾਡੇ ਅੰਦਰ ਵੀ ਪ੍ਰਮਾਤਮਾ ਹੀ ਪਾਏਗਾ। ਸੋ ਜੇਕਰ ਸਾਡੇ ਅੰਦਰ ਪ੍ਰਮਾਤਮਾ ਨੇ ਇਹ ਪ੍ਰੇਰਨਾ ਪਾਈ ਹੈ ਤਾਂ ਆਓ ਉਹਦੇ 'ਤੇ ਅਮਲ ਕਰੀਏ, ਲੋਕਾਂ ਨੂੰ ਗੁਰਬਾਣੀ ਦੇ ਨਾਲ ਜੁੜਨ ਦੀ ਪ੍ਰੇਰਨਾ ਦਈਏ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।